हाँ जी, सो ਐਕਸੈਂਟ ਦੀ ਗੱਲ ਕਰ ਰਹੇ ਸੀ ਆਪਾਂ ਕਿ ਐਕਸੈਂਟ ਜੋ ਹੈ ਕਿਸੇ ਲੈਂਗੁਏਜ ਨੂੰ ਬੋਲਣ ਦਾ ਤਰੀਕਾ, ਠੀਕ ਹੈ, ਤਾਂ ਉਹ ਡਿਫਰੈਂਟ ਹੁੰਦਾ ਆ। ਅਮੈਰੀਕਨਸ ਨੂੰ ਜਦੋਂ ਆਪਾਂ ਸੁਣਦੇ ਆ ਨਾ, ਇੰਗਲਿਸ਼ ਹੀ ਬੋਲ ਰਹੇ ਹੁੰਦੇ ਆ ਉਹ, ਨੋ ਡਾਊਟ, ਲੇਕਿਨ ਉਹ ਡਿਫਰੈਂਟ ਤਰੀਕੇ ਨਾਲ ਬੋਲਦੇ ਨੇ, ਠੀਕ ਹੈ। ਕਿਉਂ ਆਪਣੇ ਵਰਗੇ ਇੰਡੀਅਨਸ ਜਿਹੜੇ ਨੇ ਕਈ ਵਾਰ ਕੁਛ ਚੀਜ਼ਾਂ ਉਹਨਾਂ ਦੀਆਂ ਸਮਝ ਨਹੀਂ ਪਾਉਂਦੇ। ਉਹੀ ਚੀਜ਼ ਅਗਰ ਕੋਈ ਬ੍ਰਿਟਿਸ਼ਰ ਬੋਲ ਰਿਹਾ ਹੈ ਤਾਂ ਆਪਾਂ ਸਮਝ ਲੈਂਦੇ ਹਾਂ। ਕਿਉਂ? ਕਿਉਂਕਿ ਆਪਾਂ ਬ੍ਰਿਟਿਸ਼ ਐਕਸੈਂਟ ਫੋਲੋ ਕਰਦੇ ਹਾਂ, ਠੀਕ ਹੈ। 70 to 80%, ਨੋਟ 100%, 70 to 80% ਆਪਾਂ ਬ੍ਰਿਟਿਸ਼ ਐਕਸੈਂਟ ਹੀ ਫੋਲੋ ਕਰਦੇ ਹਾਂ, ਠੀਕ ਹੈ। ਕਿਉਂ? ਕਿਉਂਕਿ ਬ੍ਰਿਟਿਸ਼ਰਸ ਨੇ ਹੀ ਤਾਂ ਸਾਡੇ 'ਤੇ 200 ਸਾਲ ਰਾਜ ਕੀਤਾ ਸੀ, ਹੈ ਨਾ। ਤਾਂ ਬ੍ਰਿਟਿਸ਼ਰਸ ਹੀ ਸੀ, ਤਾਂ ਉਹਨਾਂ ਦੀ ਲੈਂਗੁਏਜ ਦਾ ਇਨਫਲੂਐਂਸ ਸਾਡੇ 'ਤੇ ਤਾਂ ਹੋਣਾ ਹੀ ਸੀ ਇੰਡੀਅਨਸ 'ਤੇ। ਸੋ ਸਾਡਾ ਜੋ ਐਕਸੈਂਟ ਹੈ ਬ੍ਰਿਟਿਸ਼ ਐਕਸੈਂਟ ਦੇ ਨਾਲ ਬਹੁਤ ਹੱਦ ਤੱਕ ਮੈਚ ਕਰਦਾ ਹੈ। ਅਸੀਂ ਉਹਨਾਂ ਦੀ ਲੈਂਗੁਏਜ, ਅਸੀਂ ਉਹਨਾਂ ਦਾ ਐਕਸੈਂਟ ਬਹੁਤ ਅੱਛੇ ਤਰੀਕੇ ਨਾਲ ਸਮਝ ਲੈਂਦੇ ਹਾਂ, ਠੀਕ ਹੈ। ਹੁਣ ਗੱਲ ਕਰੀਏ ਕਿ ਐਕਸੈਂਟ ਦੇ ਵਿੱਚ ਡਿਫਰੈਂਟ ਕੀ ਹੈ, ਇਹਨਾਂ ਦੇ ਵਿੱਚ ਕਿਹੜੀਆਂ ਇੱਦਾਂ ਦੀਆਂ ਚੀਜ਼ਾਂ ਨੇ, ਕਿਹੜੇ ਇੱਦਾਂ ਦੇ ਵਰਡਸ ਨੇ ਜਿਹੜੇ ਦੋ ਕੰਟਰੀਜ਼ ਦੇ ਐਕਸੈਂਟ ਨੂੰ ਡਿਫਰੈਂਟ ਕਰ ਦਿੰਦੇ ਨੇ। ਦੇਖੋ ਇੱਦਾਂ ਹੁੰਦਾ, ਕਈ ਵਾਰ ਇੱਕ ਵਰਡ ਹੈ ਕੋਈ, ਠੀਕ ਹੈ, ਉਹਨੂੰ ਅਮੈਰੀਕਨ ਪਰਸਨ ਜੋ ਹੈ ਉਹ ਡਿਫਰੈਂਟ ਤਰੀਕੇ ਨਾਲ ਬੋਲਦਾ ਆ, ਦੂਸਰਾ ਪਰਸਨ ਉਹਨੂੰ ਡਿਫਰੈਂਟ। ਮੀਨਿੰਗ ਦੋਨਾਂ ਦਾ ਸੇਮ ਹੈ ਐਂਡ ਦੋਨਾਂ ਨੂੰ ਵੀ ਪਤਾ ਹੈ ਕਿ ਇਹਦਾ ਮੀਨਿੰਗ ਕੀ ਹੈ, ਠੀਕ ਹੈ, ਸੇਮ ਹੈ ਦੋਨਾਂ ਦਾ ਮੀਨਿੰਗ, ਲੇਕਿਨ ਬੋਲਦੇ ਡਿਫਰੈਂਟ ਹੈ। ਫੋਰ ਐਗਜ਼ਾਮਪਲ ਆਪਣੇ ਕੋਲ ਵਰਡ ਹੈ ਆਲਸੋ, ਠੀਕ ਹੈ, ਆਪਾਂ ਉਹਨੂੰ ਕਿੱਦਾਂ ਬੋਲਦੇ ਹਾਂ? ਆਲਸੋ ਬੋਲਦੇ ਹਾਂ, ਠੀਕ ਹੈ ਜੀ। ਲੇਕਿਨ ਜੋ ਅਮੈਰੀਕਨਸ ਨੇ ਉਹ ਕਿੱਦਾਂ ਬੋਲਦੇ ਨੇ? ਆਲਸੋ, ਆਲਸੋ ਬੋਲਦੇ ਨੇ ਉਹ। ਅਗਰ ਤੁਸੀਂ ਕਦੇ ਵੀ ਉਹਨਾਂ ਨੂੰ ਧਿਆਨ ਦੇ ਨਾਲ ਸੁਣੋ, ਅਗਰ ਤੁਸੀਂ ਕਦੇ ਕੋਈ ਵੀਡੀਓ ਦੇਖੋ, ਕੋਈ ਅਮੈਰੀਕਨ ਸਪੀਕਰ ਬੋਲ ਰਿਹਾ ਹੋਵੇ ਤਾਂ ਤੁਸੀਂ ਧਿਆਨ ਨਾਲ ਸੁਣੋ ਤਾਂ ਆਲਸੋ ਬੋਲਦੇ ਨੇ, ਆਲਸੋ, ਠੀਕ ਹੈ। ਲੇਕਿਨ ਬ੍ਰਿਟਿਸ਼ਰਸ ਐਂਡ ਇੰਡੀਅਨਸ ਆਪਾਂ ਬੋਲਦੇ ਆਲਸੋ, ਠੀਕ ਹੈ। ਹੁਣ ਜਦੋਂ ਆਪਾਂ ਇਹੀ ਗੱਲ ਕਰੀਏ, ਜਦੋਂ ਆਪਾਂ ਪੰਜਾਬੀ ਐਕਸੈਂਟ ਹੈ ਜੋ ਆਪਣਾ ਪੰਜਾਬੀ ਕੀ ਕਰਦੇ ਹਾਂ, ਜਦੋਂ ਆਪਾਂ ਇੰਗਲਿਸ਼ ਬੋਲਦੇ ਹਾਂ ਤਾਂ ਆਪਾਂ ਉਹੀ ਵਰਡ ਨੂੰ ਪੰਜਾਬੀ ਦੇ ਵਿੱਚ ਬੋਲ ਦਿੰਦੇ ਹਾਂ ਮਿਕਸ ਅਪ ਕਰਕੇ, ਆਲਸੋ, ਆਪਾਂ ਨੂੰ ਆਲਸੋ ਬੋਲ ਦਿੰਦੇ ਹਾਂ, ਹੈ ਨਾ, ਇੱਦਾਂ ਹੀ ਹੁੰਦਾ ਹੈ ਨਾ। ਲੇਕਿਨ ਇਹ ਕਰੈਕਟ ਨਹੀਂ ਹੈ ਪ੍ਰੋਨਾਂਸੀਏਸ਼ਨ ਇਹਦੀ, ਠੀਕ ਹੈ। ਆਪਾਂ ਪੰਜਾਬੀ ਜਦੋਂ ਮਿਕਸ ਕਰ ਦਿੰਦੇ ਇੰਗਲਿਸ਼ ਦੇ ਵਿੱਚ, ਕਾਲਜ ਵਰਡ ਨੂੰ ਕਾਲਜ ਬੋਲ ਦਿੰਦੇ ਹਾਂ, that's not a right pronunciation of the word college, ਠੀਕ ਹੈ। it's a college, it's not college, ਠੀਕ ਹੈ ਨਾ। ਸੋ ਇਹ ਹੁੰਦੀ ਹੈ ਐਕਸੈਂਟ ਦਾ ਫਰਕ ਦੋਨਾਂ ਦੇ ਵਿੱਚ। ज़्यादा जो है ਬ੍ਰਿਟਿਸ਼ ਐਕਸੈਂਟ ਔਰ ਅਮੈਰੀਕਨ ਐਕਸੈਂਟ ਜ਼ਿਆਦਾ ਫੇਮਸ ਹੈ ਇੰਡੀਆ ਦੇ ਵਿੱਚ। ਆਪਾਂ ਕਿਉਂਕਿ ਬ੍ਰਿਟਿਸ਼ਰਸ ਨੂੰ ਫੋਲੋ ਕਰਦੇ ਹਾਂ, ਉਹਨਾਂ ਦੇ ਐਕਸੈਂਟ ਨੂੰ, ਤਾਂ ਬ੍ਰਿਟਿਸ਼ ਔਰ ਅਮੈਰੀਕਨ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਬਹੁਤ ਡਿਵੈਲਪਡ ਕੰਟਰੀ ਹੈ, ਤਾਂ ਉਹਨਾਂ ਦਾ ਐਕਸੈਂਟ ਬਹੁਤ ਜ਼ਿਆਦਾ ਫੇਮਸ ਹੈ, ਠੀਕ ਹੈ ਜੀ। ਇਸ ਲਈ ਆਪਾਂ ਇਹਨਾਂ ਦੋਨੋਂ ਨੂੰ ਕੰਪੇਅਰ ਕਰ ਰਹੇ ਹਾਂ, ਇਸ ਲਈ ਆਪਾਂ ਆਪਣੇ ਐਕਸੈਂਟ ਨੂੰ ਅਮੈਰੀਕਨ ਦੇ ਐਕਸੈਂਟਸ ਦੇ ਨਾਲ ਕੰਪੇਅਰ ਕਰ ਰਹੇ ਹਾਂ, ਠੀਕ ਹੈ ਜੀ। ਸੋ ਇਹ ਹੋ ਗਿਆ ਐਕਸੈਂਟ ਦਾ ਫਰਕ। ਦੂਸਰੀ ਚੀਜ਼, ਜਦੋਂ ਵੀ ਕਦੇ ਆਪਾਂ ਇੰਗਲਿਸ਼ ਸਿੱਖਦੇ ਹਾਂ ਤਾਂ ਆਪਾਂ ਸੋਚਦੇ ਹਾਂ ਕਿ ਸਾਨੂੰ ਇੱਕ ਐਕਸੈਂਟ ਆ ਗਿਆ, ਮਤਲਬ ਬ੍ਰਿਟਿਸ਼ ਐਕਸੈਂਟ ਆ ਗਿਆ, ਦੈਟ ਇਜ਼ ਓਕੇ। ਲੇਕਿਨ ਤੁਹਾਨੂੰ ਕਦੇ ਵੀ ਡੀਲ ਕਰਨਾ ਪੈ ਸਕਦਾ ਆ ਕੋਈ ਕਿਸੇ ਇੱਦਾਂ ਦੇ ਪਰਸਨ ਦੇ ਨਾਲ ਜੋ ਅਮੈਰੀਕਨ ਹੋਵੇ, ਠੀਕ ਹੈ, ਉਹਦਾ ਐਕਸੈਂਟ ਅਮੈਰੀਕਨ ਹੋਏਗਾ, ਤਾਂ ਫਿਰ ਉਹਨਾਂ ਦੇ ਨਾਲ ਤੁਸੀਂ ਕਿੱਦਾਂ ਡੀਲ ਕਰੋਗੇ? ਸੋ ਇਸ ਲਈ ਬੈਟਰ ਹੈ ਕਿ ਆਪਾਂ ਹਰ ਇੱਕ ਐਕਸੈਂਟ ਨੂੰ ਸਮਝੀਏ, ਸੁਣੀਏ, ਪਹਿਲਾਂ ਸੁਣੀਏ ਫਿਰ ਸਮਝੀਏ, ਠੀਕ ਹੈ। ਇਹ ਬਿਲਕੁਲ ਠੀਕ ਨਹੀਂ ਹੈਗਾ ਕਿ ਆਪਾਂ ਬ੍ਰਿਟਿਸ਼ ਐਕਸੈਂਟ ਸਿੱਖ ਲਿਆ ਹੈ ਅਤੇ ਆਪਾਂ ਹੁਣ ਅਮੈਰੀਕਨ ਐਕਸੈਂਟ ਸਿੱਖ ਕੇ ਕੀ ਕਰਨਾ। ਦੈਟ ਇਜ਼ ਵੈਲ ਐਂਡ ਗੁੱਡ ਇਫ ਯੂ ਹੈਵ ਲਰਨਡ ਅਮੈਰੀਕਨ ਐਕਸੈਂਟ, ਨਾਓ ਇਟਸ ਟਾਈਮ ਟੂ ਗੋ ਫॉर ਬ੍ਰਿਟਿਸ਼ ਐਕਸੈਂਟ, ਨਾਓ ਇਟਸ ਟਾਈਮ ਟੂ ਗੋ ਫॉर ਅਮੈਰੀਕਨ ਐਕਸੈਂਟ, ਠੀਕ ਹੈ। ਡਿਫਰੈਂਟ ਐਕਸੈਂਟਸ ਦੇ ਵਿੱਚ ਇੰਗਲਿਸ਼ ਲਰਨ ਕਰਨਾ ਅੱਛੀ ਚੀਜ਼ ਹੈ, ਇਹ ਕਰਨੀ ਚਾਹੀਦੀ ਹੈ। ਤੁਸੀਂ ਹੋਟਲ ਮੈਨੇਜਮੈਂਟ ਦੇ ਸਟੂਡੈਂਟ ਹੋ, ਤੁਹਾਨੂੰ ਤਾਂ ਜ਼ਰੂਰਤ ਹੋਏਗੀ ਹੀ, ਠੀਕ ਹੈ ਜੀ। ਇੱਕ ਹੋਰ ਇੰਪੋਰਟੈਂਟ ਚੀਜ਼, ਜਦੋਂ ਵੀ ਆਪਾਂ ਕਦੇ ਕਿਸੇ ਪਰਸਨ ਨੂੰ ਸੁਣਦੇ ਹਾਂ ਇੰਗਲਿਸ਼ ਬੋਲਦੇ ਟਾਈਮ, ਫਸਟ ਆਫ ਆਲ ਡੋਂਟ ਟਰਾਈ ਟੂ ਮੇਕ ਦ ਟਰਾਂਸਲੇਸ਼ਨ ਆਫ ਦ ਵਰਡਸ ਵਾਟ ਐਵਰ ਦ ਪਰਸਨ ਇਜ਼ ਸੇਇੰਗ, ਠੀਕ ਹੈ। ਉਹਦੀ ਟਰਾਂਸਲੇਸ਼ਨ ਬਿਲਕੁਲ ਨਹੀਂ ਕਰਨੀ, ਕਿਸੇ ਵੀ ਐਕਸੈਂਟ ਦੇ ਵਿੱਚ ਬੋਲ ਰਿਹਾ ਹੋਵੇ ਉਹਦੀ ਟਰਾਂਸਲੇਸ਼ਨ ਨਹੀਂ ਕਰਨ ਬੈਠ ਜਾਣਾ ਆਪਾਂ, ਉਹਤੇ
ਕਈ ਵਾਰ ਆਪਾਂ ਕੀ ਕਰਦੇ ਹਾਂ, ਆਪਾਂ ਬਹੁਤ ਨਰਵਸ ਹੋ ਜਾਂਦੇ ਹਾਂ ਜਦੋਂ ਸਾਹਮਣੇ ਵਾਲਾ ਸਾਡੇ ਨਾਲ ਇੰਗਲਿਸ਼ 'ਚ ਗੱਲ ਕਰ ਰਿਹਾ, ਆਪਾਂ ਬਹੁਤ ਨਰਵਸ ਹੋ ਜਾਂਦੇ ਹਾਂ, ਸੋਚਣ ਲੱਗ ਜਾਂਦੇ ਹਾਂ ਕਿ ਇਹ ਕੀ ਬੋਲ ਰਿਹਾ ਐਂਡ ਵੀ ਟਰਾਈ ਟੂ ਟਰਾਂਸਲੇਟ ਦ ਵਰਡਸ ਦ ਸੈਂਟੈਂਸਿਸ। ਉੱਥੇ ਆ ਕੇ ਪ੍ਰੋਬਲਮ ਹੁੰਦੀ ਹੈ। ਕਿਸੇ ਪਰਸਨ ਨੇ ਇੱਕ ਸੈਂਟੈਂਸ ਬੋਲਿਆ, ਆਪਾਂ ਉਹਨੂੰ ਟਰਾਂਸਲੇਟ ਕਰਨਾ ਸ਼ੁਰੂ ਕਰ ਦਿੱਤਾ, ਉਹ ਅਗਲੇ ਸੈਂਟੈਂਸ 'ਤੇ ਪਹੁੰਚ ਗਿਆ, ਤੀਸਰੇ 'ਤੇ ਪਹੁੰਚ ਗਿਆ, ਫੋਰਥ 'ਤੇ ਪਹੁੰਚ ਗਿਆ, ਆਪਾਂ ਹਜੇ ਪਿਛਲੇ ਵਾਲੇ ਨੂੰ ਟਰਾਂਸਲੇਟ ਕਰੀ ਜਾ ਰਹੇ ਹਾਂ। ਔਰ ਇੱਦਾਂ ਹੀ ਆਪਾਂ ਬਹੁਤ ਸਾਰੀਆਂ ਉਸ ਪਰਸਨ ਦੀਆਂ ਕਈਆਂ ਹੋਈਆਂ ਚੀਜ਼ਾਂ ਮਿਸ ਕਰ ਜਾਂਦੇ ਹਾਂ। ਠੀਕ ਹੈ, ਸੋ ਟਰਾਂਸਲੇਸ਼ਨ ਕਰਨ ਦੀ ਬਜਾਏ ਆਪਾਂ ਕੁਝ ਕੀ ਵਰਡਸ ਜਿਹੜੇ ਨੇ ਉਹ ਉਠਾ ਸਕਦੇ ਹਾਂ, ਪਿਕ ਕਰ ਸਕਦੇ ਹਾਂ ਉਸ ਪਰਸਨ ਦੇ ਲੈਂਗੁਏਜ ਵਿੱਚੋਂ। ਜਿੱਦਾਂ ਕਿ ਹੁਣ ਮੰਨ ਲਓ ਕੋਈ ਪਰਸਨ ਤੁਹਾਡੇ ਨਾਲ ਇੰਗਲਿਸ਼ 'ਚ ਗੱਲ ਕਰ ਰਿਹਾ ਹੈ, ਤੁਸੀਂ ਨਹੀਂ ਸਮਝ ਪਾ ਰਹੇ, ਹੋ ਸਕਦਾ ਕਿ ਉਹ ਬਹੁਤ ਫਾਸਟ ਹੋਵੇ, ਠੀਕ ਹੈ, ਬਹੁਤ ਫਲੂਐਂਟ ਹੋਵੇ, ਤਾਂ ਕਈ ਵਾਰ ਸਮਝ ਨਹੀਂ ਪਾਉਂਦੇ। ਉਸ ਟਾਈਮ 'ਤੇ ਤੁਸੀਂ ਕੀ ਕਰਨਾ ਆ, ਇੰਸਟੈਡ ਆਫ ਟਰਾਂਸਲੇਟਿੰਗ ਹਿਜ਼ ਔਰ ਹਰ ਫਰੇਜ਼ਿਸ ਔਰ ਸੈਂਟੈਂਸਿਸ, ਆਪਾਂ ਕੀ ਕਰਨਾ ਆ, ਆਪਾਂ ਉੱਥੇ ਉਹਦੇ ਕੀ ਵਰਡਸ ਜਿਹੜੇ ਨੇ ਨਾ ਉਹ ਪਿਕ ਕਰਨੇ ਆ। ਠੀਕ ਹੈ, ਅਗਰ ਉਹ ਪਰਸਨ ਤੁਹਾਨੂੰ ਕੁਝ ਪੁੱਛ ਰਿਹਾ ਆ, ਠੀਕ ਹੈ, ਜਾਂ ਫਿਰ ਤੁਹਾਨੂੰ ਕੋਈ ਆਰਡਰ ਕਰ ਰਿਹਾ ਆ, ਜਾਂ ਫਿਰ ਤੁਹਾਨੂੰ ਰਿਕੁਐਸਟ ਕਰ ਰਿਹਾ ਆ, ਠੀਕ ਹੈ, ਉਹ ਆਪਾਂ ਨੂੰ ਕਿੱਥੋਂ ਪਤਾ ਲੱਗੇਗਾ? ਉਹ ਪਤਾ ਲੱਗੇਗਾ ਉਹਦੇ ਜੈਸਚਰਸ ਤੋਂ, ਠੀਕ ਹੈ, ਉਹਦੇ ਫੇਸ਼ੀਅਲ ਐਕਸਪ੍ਰੈਸ਼ਨਸ ਤੋਂ। ਸੋ ਫੇਸ਼ੀਅਲ ਐਕਸਪ੍ਰੈਸ਼ਨਸ ਬਿਲਕੁਲ ਮਿਸ ਨਹੀਂ ਕਰਨੇ, ਜੈਸਚਰਸ ਬਿਲਕੁਲ ਮਿਸ ਨਹੀਂ ਕਰਨੇ। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਆ। ਇਹ ਇਸ ਲਈ ਯਾਦ ਰੱਖਣੀਆਂ ਹੈ ਕਿ ਬਾਏ ਚਾਂਸ ਅਗਰ ਤੁਹਾਨੂੰ ਕੋਈ ਸੈਂਟੈਂਸ ਕਿਸੇ ਦਾ ਬੋਲਿਆ ਹੋਇਆ ਸਮਝ ਨਹੀਂ ਆਇਆ, ਤੁਸੀਂ ਉਹਦੇ ਫੇਸ਼ੀਅਲ ਐਕਸਪ੍ਰੈਸ਼ਨਸ ਤੋਂ, ਉਹਦੇ ਜੈਸਚਰਸ ਤੋਂ, ਠੀਕ ਹੈ, ਸਮਝ ਸਕਦੇ ਹੋ ਕਿ ਇਹ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿ ਇਹ ਮੈਨੂੰ ਆਰਡਰ ਕਰ ਰਿਹਾ ਹੈ, ਜਾਂ ਮੈਨੂੰ ਰਿਕੁਐਸਟ ਕਰ ਰਿਹਾ ਹੈ, ਮੈਨੂੰ ਕੁਝ ਦੱਸ ਰਿਹਾ ਹੈ, ਜਾਂ ਫਿਰ ਮੈਨੂੰ ਕੁਝ ਪੁੱਛ ਰਿਹਾ ਹੈ। ਠੀਕ ਹੈ, ਇਸੇ ਲਈ नॉन वर्बल कम्युनिकेशन जो है वो इम्पॉर्टेंट है। अगर वर्बल इम्पॉर्टेंट है तो नॉन वर्बल भी इम्पॉर्टेंट है। ठीक है, सो ट्रांसलेट करन दी बजाय आपां कीवर्ड्स चुकने आ और नाल दे नाल उन्हां दे फेशियल एक्सप्रैशनस एंड जेस्चर्स वो नोट करने। ठीक है जी, आई वॉज रियली होपिंग कि अज इन्ना इंपॉर्टेंट टॉपिक मैं करवा रही हूँ कि सारे जने आउंदे क्लास दे विच, एटलीस्ट जिन्ने पहला आउंदे ने उन्ने तो आउंदे, पर नहीं। मनदी है कि तुहाडी क्लास दे विच बच्चे थोड़े ने, लेकिन जिन्ने ने उन्ने तो आने चाहिए ने। चलो कोई गल नहीं। ओके, सो एक हो गया फेशियल एक्सप्रैशनस, दैन जेस्चर्स, दैन उस परसन दी वॉइस टोन, एक कदे मिस नहीं करनी। ठीक है, ये चीज़ां मैं तुहानूं इसलिए दस रही हाँ, कई बार आपां एक्सेंट समझ नहीं पाते, तो उस टाइम ते आपां की करना है। ठीक है, सो उहदी टोन कि टोन किदां दी है, उहदी तो टोन तो बहुत जल्दी पता लग जाता है कि सामने वाला सानूं रिक्वेस्ट कर रहा है, या क्वेश्चन पूछ रहा है, या फिर आंसर कर रहा है, ठीक है, या ऑर्डर कर रहा है, तो वो टोन तो पता चल जाता है। दूसरी चीज़, माइंड एबसेंट माइंडेड बिल्कुल नहीं होना। ठीक है, अगर तुसी फिजिकली प्रेजेंट हो किसी सिचुएशन दे विच, दैन मैंटली भी प्रेजेंट होने चाहिए। ठीक है, स्टे प्रेजेंट मैंटली, फिजिकली तो हो ही, मैंटली भी प्रेजेंट रहना तुसी। ठीक है, एंड डोंट ट्राई टू मेक योर रिस्पॉन्स। कदे भी जो कोई गल कर रहा है तुहाडे नाल, कदे भी रिस्पॉन्स या फिर ये पहले ही सोचण नहीं बैठ जाना कि मैं की जवाब देना है। जो वो परसन तुहानूं कुछ कह रहा है उदों उहदी सुनो। फस्ट ऑफ ऑल यू हैव टू लिसन केयरफुली। ठीक है, एंड you don't need to make your response to what they are saying while they are speaking। ठीक है, पहला सुनना है, फिर उस तो बाद रिस्पॉन्स देना है। क्योंकि जो आप नर्वस होंगे हैं, आप हमेशा उस परसन की एक गल सुन के, हजे वो बोल रहा होंदा है, आप पहले सोचने लग जाने कि असी रिस्पॉन्स की देना है।
ਅਸੀਂ ਹੁਣ ਕੀ ਜਵਾਬ ਵਿੱਚ ਕੀ ਬੋਲਣਾ ਆ। ਨਹੀਂ, ਇੱਦਾਂ ਬਿਲਕੁਲ ਨਾ ਕਰੋ, ਕਿਉਂਕਿ ਇੱਦਾਂ ਹੀ ਤੁਸੀਂ ਉਸ ਬੰਦੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਮਿਸ ਕਰ ਜਾਂਦੇ ਹੋ ਕਿ ਉਹਨੇ ਹਜੇ ਕੀ ਬੋਲਿਆ। ਆਪਾਂ ਉਸ ਟਾਈਮ 'ਤੇ ਐਬਸੈਂਟ ਮਾਈਂਡਡ ਹੋ ਜਾਂਦੇ ਹਾਂ, ਕਿਉਂਕਿ ਆਪਾਂ ਆਪਣੇ ਰਿਸਪੌਂਸ ਬਣਾਉਣ ਦੇ ਵਿੱਚ ਬਿਜ਼ੀ ਹੋ ਜਾਂਦੇ, ਮਾਈਂਡ ਦੇ ਵਿੱਚ ਆਪਾਂ ਸੋਚਣ ਲੱਗ ਜਾਂਦੇ ਕਿ ਅਸੀਂ ਕੀ ਬੋਲਣਾ ਹੈ। ਉਹ ਸਾਹਮਣੇ ਵਾਲਾ ਪਰਸਨ ਹਜੇ ਬੋਲ ਰਿਹਾ ਹੁੰਦਾ ਹੈ। ਠੀਕ ਹੈ, ਸੋ ਵੀ ਨੀਡ ਟੂ ਬੀ ਅ ਗੁੱਡ ਲਿਸਨਰ ਫਸਟ ਆਫ ਆਲ। ਹਾਂ, ਤਾਂ ਪਹਿਲਾਂ ਹੀ ਰਿਸਪੌਂਸ ਨਹੀਂ ਕ੍ਰੀਏਟ ਕਰਨ ਲੱਗ ਜਾਣਾ। ਇਹ ਤੁਹਾਨੂੰ ਅੱਗੇ ਜਾ ਕੇ ਤਾਂ ਕੰਮ ਆਉਣਾ ਹੀ ਆਉਣਾ। ਫਿਲਹਾਲ ਕਦੇ ਵੀ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਤੁਸੀਂ ਪਹਿਲਾਂ ਸੁਣਨੀ ਆ, ਫਿਰ ਉਸ ਤੋਂ ਬਾਅਦ ਆਪਣਾ ਰਿਸਪੌਂਸ ਦੇਣਾ ਹੈ, ਉਸ ਤੋਂ ਬਾਅਦ ਆਨਸਰ ਕਰਨਾ ਹੈ, ਉਸ ਤੋਂ ਬਾਅਦ ਆਪਣੀ ਗੱਲ ਕਰਨੀ ਹੈ। ਪਹਿਲਾਂ ਸੁਣੀ ਦੀ ਹੈ। ਠੀਕ ਹੈ। ਕਿਉਂਕਿ ਜਦੋਂ ਪਰਸਨ ਕੋਈ ਸਾਹਮਣੇ ਵਾਲਾ ਬੋਲ ਰਿਹਾ ਅਤੇ ਆਪਾਂ ਰਿਸਪੌਂਸ ਕ੍ਰੀਏਟ ਕਰਨ ਲੱਗ ਜਾਂਦੇ ਆਪਣੇ ਮਾਈਂਡ ਦੇ ਵਿੱਚ, ਇਹ ਹੁੰਦੀ ਹੈ ਸਭ ਤੋਂ ਵੱਡਾ ਸਿੰਪਟਮ ਕਿ ਆਪਾਂ ਨੂੰ ਆਪਣੇ ਆਪ 'ਤੇ ਟਰਸਟ ਨਹੀਂ ਹੈ, ਲੈਕ ਆਫ ਕੌਨਫੀਡੈਂਸ। ਠੀਕ ਹੈ, ਕੌਨਫੀਡੈਂਟ ਅਸੀਂ ਹੈ ਨਹੀਂ ਗੇ, ਤੁਸੀਂ ਡਰ ਗਏ ਆ ਐਂਡ ਦੈਨ ਵੀ ਆਰ ਟਰਾਈਂਗ ਟੂ ਮੇਕ ਆਰ ਰਿਸਪੌਂਸਿਸ। ਸੋ ਇਹ ਬਿਲਕੁਲ ਨਹੀਂ ਕਰਨਾ। ਐਂਡ ਉਹਨਾਂ ਦੇ ਜੈਸਚਰਸ ਨੂੰ, ਉਹਨਾਂ ਦੇ ਟੋਨ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਜਦੋਂ ਗੱਲ ਕਰ ਰਹੇ। ਠੀਕ ਹੈ ਜੀ। ਤੀਸਰੀ ਚੀਜ਼, ਪਰਫੈਕਸ਼ਨ ਦੇ ਪਿੱਛੇ ਨਹੀਂ ਜਾਣਾ। ਪਰਫੈਕਸ਼ਨ ਇਜ਼ ਦਾ ਐਨਮੀ ਆਫ ਫਲੂਐਂਸੀ। ਆਪਾਂ ਸੋਚਦੇ ਹਾਂ ਕਿ ਅਸੀਂ ਲੈਂਗੁਏਜ ਬੋਲਣੀ ਸਿੱਖ ਰਹੇ ਹਾਂ, ਹਜੇ ਅਸੀਂ ਥੋੜ੍ਹਾ ਰੁਕ ਕੇ ਬੋਲ ਰਹੇ ਹਾਂ ਜਾਂ ਫਿਰ ਥੋੜ੍ਹਾ ਹੌਲੀ ਬੋਲ ਰਹੇ ਹਾਂ, ਦੈਟ ਇਜ਼ ਓਕੇ। ਕਈ ਬੱਚੇ ਕੀ ਕਰਦੇ ਨੇ, ਉਹਨਾਂ ਨੂੰ ਥੋੜ੍ਹੀ ਜਿਹੀ ਸਟਾਰਟ ਕਰਨੀ, ਹਜੇ ਬੋਲਣੀ ਸਟਾਰਟ ਕਰਦੇ ਨੇ, ਨਾਲ ਹੀ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ 'ਚ ਫਲੂਐਂਸੀ ਆ ਜਾਏ, ਅਸੀਂ ਫਲੂਐਂਟ ਹੋ ਜਾਈਏ ਲੈਂਗੁਏਜ ਦੇ ਵਿੱਚ, ਤਾਂ ਉਹ ਬਹੁਤ ਫਲੂਐਂਸੀ ਦੇ ਪਿੱਛੇ ਭੱਜਦੇ ਨੇ ਔਰ ਜਿਹਦੇ ਕਰਕੇ ਬਹੁਤ ਕੁਝ ਉਹ ਗਲਤ ਬੋਲ ਜਾਂਦੇ ਨੇ। ਐਂਡ ਕਈ ਵਾਰ ਸਾਹਮਣੇ ਵਾਲਾ ਫਲੂਐਂਟ ਹੁੰਦਾ ਆ, ਠੀਕ ਹੈ, ਔਰ ਆਪਾਂ ਸੋਚਦੇ ਹਾਂ ਕਿ ਇਸ ਪਰਸਨ ਨੂੰ ਕਿੰਨੀ ਲੈਂਗੁਏਜ ਅੱਛੀ ਆਉਂਦੀ ਹੈ, ਕਿੰਨਾ ਵਧੀਆ ਇਸ ਲੈਂਗੁਏਜ ਦੇ ਵਿੱਚ। If somebody is fluent in particular language, that doesn't mean that he or she is speaking right or he or she is perfect in that particular language. ਇੱਦਾਂ ਨਹੀਂ ਹੁੰਦਾ। ਸਿਰਫ ਉਹਦੀ ਫਲੂਐਂਸੀ ਤੋਂ ਆਪਾਂ ਉਹਨੂੰ ਨਹੀਂ ਕਹਿ ਸਕਦੇ ਕਿ ਇਹਨੂੰ ਬਹੁਤ ਕੁਝ ਪਤਾ ਹੈ ਜਾਂ ਇਹ ਬਹੁਤ ਇੰਟੈਲੀਜੈਂਟ ਹੈ। ਨੋ। ਅਤੇ ਅਗਰ ਅਸੀਂ ਘੱਟ ਫਲੂਐਂਟ ਹਾਂ ਤਾਂ ਇਹਦਾ ਬਿਲਕੁਲ ਇਹ ਮਤਲਬ ਨਹੀਂ ਹੈ ਕਿ ਸਾਨੂੰ ਕੁਝ ਨਹੀਂ ਪਤਾ। ਔਰ ਆਪਾਂ ਫਲੂਐਂਸੀ ਦੇ ਪਿੱਛੇ ਨਹੀਂ ਭੱਜਣਾ, ਉਹ ਆਪਣੇ ਆਪ ਹੀ ਆ ਜਾਣੀ ਹੈ, ਖੁਦ ਹੀ ਆਪਾਂ ਫਲੂਐਂਟ ਹੋ ਜਾਣਾ ਲੈਂਗੁਏਜ ਦੇ ਵਿੱਚ। ਠੀਕ ਹੈ, ਸੋ ਡੋਂਟ ਟਰਾਈ ਟੂ ਬੀ ਪਰਫੈਕਟ, ਬਿਕੋਜ਼ ਮੋਰ ਪਰਫੈਕਟ ਯੂ ਵਿਲ ਟਰਾਈ ਟੂ ਬੀ, ਦ ਮੋਰ ਸਟ੍ਰੈਸਡ ਆਊਟ ਯੂ ਵਿਲ ਬੀ। ਜਿੰਨਾ ਜ਼ਿਆਦਾ ਆਪਾਂ ਪਰਫੈਕਸ਼ਨ ਦੇ ਪਿੱਛੇ ਭੱਜਦੇ ਨਾ, ਉਨੀ ਜ਼ਿਆਦਾ ਆਪਾਂ ਸਟ੍ਰੈਸ ਹੋ ਜਾਂਦੇ ਹਾਂ, ਸੋ ਸਟ੍ਰੈਸ ਨਹੀਂ ਹੋਣਾ। ਠੀਕ ਹੈ, ਜਿੰਨੀ ਆਉਂਦੀ ਹੈ ਆਪਾਂ ਉਨੀ ਟਰਾਈ ਕਰਨੀ ਹੈ। ਐਂਡ ਸਭ ਤੋਂ ਇੰਪੋਰਟੈਂਟ, ਜੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਜਦੋਂ ਵੀ ਸਾਹਮਣੇ ਵਾਲੇ ਦੀ ਗੱਲ ਸੁਣ ਰਹੇ ਹੋ, ਬਹੁਤ ਧਿਆਨ ਨਾਲ ਸੁਣਨੀ ਹੈ। ਐਂਡ ਜਦੋਂ ਤੁਸੀਂ ਆਪਣਾ ਰਿਸਪੌਂਸ ਦੇਣਾ ਹੈ, ਦੈਨ ਤੁਸੀਂ ਬਹੁਤ ਪੋਲਾਈਟਲੀ ਐਂਡ ਇੱਕ ਫੇਸ 'ਤੇ ਛੋਟੀ ਜਿਹੀ ਸਮਾਈਲ ਰੱਖਣੀ ਹੈ। ਠੀਕ ਹੈ, ਤਾਂ ਕਿ ਸਾਹਮਣੇ ਵਾਲੇ ਨੂੰ ਲੱਗੇ ਕਿ ਦਿਸ ਪਰਸਨ ਇਜ਼ ਨਾਟ ਬੀਇੰਗ ਰੂਡ ਵਿਦ ਮੀ ਔਰ ਨਾਟ ਐਰੋਗੈਂਟ। रूड नहीं तो कई बार आप कुछ लोग समझते हैं कि ही और शी इज़ वेरी एरोगेंट। ठीक है, तो वो आप बिल्कुल नहीं इदा सामने वाले ਨੂੰ फील होने देना। अगर हैगे भी है तो बिल्कुल नहीं फील होने देना। जस्ट कीप स्माइलिंग का मतलब ये नहीं कि पूरा टाइम स्माइल करते रहो, नहीं, एक छोटी जी स्माइल रखो कि सामने वाला तुहाडे नाल गल करना चाहे। ओके, एंड मेक लर्निंग इंग्लिश अ नैसेसिटी। ਹੁਣ ਤੁਸੀਂ ਦੇਖੋ, ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕਿ ਜਦੋਂ ਇੱਧਰੋਂ ਇੰਡੀਆ ਤੋਂ ਬਹੁਤ ਸਾਰੇ ਲੋਕ ਬਾਹਰ ਜਾ ਰਹੇ ਨੇ, ਠੀਕ ਹੈ, ਸਟੂਡੈਂਟਸ ਬਹੁਤ ਜਾ ਰਹੇ ਨੇ ਸਟੱਡੀ ਵਾਸਤੇ। ਜਦੋਂ ਇੱਧਰ ਹੁੰਦੇ ਨੇ ਨਾ, ਉਹਨਾਂ ਨੂੰ ਕੁਝ ਨਹੀਂ ਆਉਂਦਾ ਹੁੰਦਾ ਦਾ ਮਤਲਬ ਕਿ ਉਹ ਲੈਂਗੁਏਜ ਦੇ ਵਿੱਚ ਇੰਨੇ ਪਰਫੈਕਟ ਨਹੀਂ ਹੁੰਦੇ ਇੰਗਲਿਸ਼ ਦੇ ਵਿੱਚ, ਹੈ ਨਾ। ਲੇਕਿਨ ਜਿੱਦਾਂ ਹੀ ਉਹ ਉੱਥੇ ਜਾਂਦੇ ਨੇ, ਉੱਥੋਂ 2-3 ਸਾਲ ਬਾਅਦ ਵਾਪਸ ਆਉਂਦੇ ਨੇ ਤਾਂ ਉਹ ਬੜਾ ਵਧੀਆ ਤਰੀਕੇ ਨਾਲ ਇੰਗਲਿਸ਼ ਬੋਲ ਰਹੇ ਹੁੰਦੇ ਨੇ। ਅਤੇ ਕਿਉਂ? ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹੀ ਹੈ
ਕਿ ਉਸ ਟਾਈਮ 'ਤੇ ਉਹ ਉੱਦਾਂ ਦੀ ਸਿਚੁਏਸ਼ਨ ਦੇ ਵਿੱਚ ਹੁੰਦੇ ਨੇ ਕਿ ਉਹਨਾਂ ਨੂੰ ਇੰਗਲਿਸ਼ ਸਿੱਖਣੀ ਪੈਂਦੀ ਹੈ ਔਰ ਉਹਨਾਂ ਨੂੰ ਬੋਲਣੀ ਪੈਂਦੀ ਹੈ, ਕਿਉਂਕਿ ਉਹਨਾਂ ਨੇ ਤਾਂ ਜਿਹੜੇ ਉੱਧਰਲੇ ਨੇ ਦੂਸਰੀ ਕੰਟਰੀ ਦੇ ਲੋਕ, ਉਹਨਾਂ ਨੇ ਤਾਂ ਪੰਜਾਬੀ ਨਹੀਂ ਨਾ ਸਿੱਖਣੀ ਸਾਡੇ ਵਾਸਤੇ, ਜਾਂ ਹਿੰਦੀ ਨਹੀਂ ਸਿੱਖਣੀ, ਤਾਂ ਆਪਾਂ ਨੂੰ ਸਿੱਖਣੀ ਪੈਂਦੀ ਹੈ ਉਹਨਾਂ ਨਾਲ ਗੱਲ ਕਰਨ ਵਾਸਤੇ, ਉਹਨਾਂ ਦੀ ਕੰਟਰੀ ਦੇ ਵਿੱਚ ਰਹਿਣ ਦੇ ਲਈ। ਠੀਕ ਹੈ, ਸੋ ਜਦੋਂ ਇੱਕ ਨੈਸੈਸਿਟੀ ਬਣ ਜਾਂਦੀ, ਇੱਕ ਜ਼ਰੂਰਤ ਬਣ ਜਾਂਦੀ ਹੈ ਨਾ ਕੋਈ ਲੈਂਗੁਏਜ ਸਿੱਖਣੀ, ਉਸ ਟਾਈਮ 'ਤੇ ਫਿਰ ਆਪਾਂ ਬਹੁਤ ਜਲਦੀ ਸਿੱਖ ਲੈਂਦੇ ਹਾਂ। ਔਰ ਤੁਸੀਂ ਇਸ ਚੀਜ਼ ਨੂੰ ਆਪਣੀ ਜ਼ਰੂਰਤ ਬਣਾ ਲਓ ਕਿ ਸਾਨੂੰ ਜ਼ਰੂਰੀ ਹੈ ਲੈਂਗੁਏਜ ਸਿੱਖਣੀ, ਕਿਉਂਕਿ ਅੱਗੇ ਜਾ ਕੇ ਅਸੀਂ ਬਹੁਤ ਲੋਕਾਂ ਨਾਲ ਡੀਲ ਕਰਨਾ, ਅਸੀਂ ਜੌਬ ਕਰਨੀ ਹੈ, ਸਾਨੂੰ ਬਹੁਤ ਤਰ੍ਹਾਂ ਦੇ ਲੋਕ ਮਿਲ ਸਕਦੇ ਆ, ਸਾਨੂੰ ਡਿਫਰੈਂਟ ਐਕਸੈਂਟ ਵਾਲੇ ਲੋਕ ਮਿਲ ਸਕਦੇ ਆ, ਤਾਂ ਅਸੀਂ ਉਹਨਾਂ ਨਾਲ ਕਿੱਦਾਂ ਗੱਲ ਕਰਾਂਗੇ। ਠੀਕ ਹੈ, ਸੋ ਇਹਨੂੰ ਆਪਣੀ ਨੈਸੈਸਿਟੀ ਬਣਾਓ ਤਾਂ ਕਿ ਤੁਹਾਨੂੰ ਲੱਗੇ, ਹਾਂ, ਕਿ ਲੱਗੇ ਕਿ ਅਸੀਂ ਸਿੱਖਣੀ ਹੀ ਸਿੱਖਣੀ ਹੈ, ਸਾਨੂੰ ਜ਼ਰੂਰਤ ਹੈ ਇਹਦੀ, ਇਹ ਸਾਨੂੰ ਕੋਈ ਕੰਪਲਸ਼ਨ ਨਹੀਂ ਹੈਗੀ, ਲੇਕਿਨ ਸਾਨੂੰ ਜ਼ਰੂਰਤ ਹੈ ਇਹਦੀ, ਇਹ ਤੋਂ ਬਿਨਾਂ ਅਸੀਂ ਸਾਡਾ ਸਰਨਾ ਨਹੀਂ ਹੈ, ਸਾਨੂੰ ਸਿੱਖਣੀ ਹੀ ਪੈਣੀ, ਫਿਰ ਆਪਣੇ ਆਪ ਸਿੱਖ ਜਾਂਦੇ ਆਪਾਂ। ਐਂਡ ਪਲੀਜ਼ ਟਰਾਈ ਟੂ ਸਪੀਕ ਇਨ ਇੰਗਲਿਸ਼। ਆਪਣੇ ਕਿਸੇ ਵੀ ਫਰੈਂਡ ਦੇ ਨਾਲ, ਤੁਹਾਡੇ ਕੋਲ ਕੋਈ ਇੱਦਾਂ ਦਾ ਪਰਸਨ ਹੋਣਾ ਚਾਹੀਦਾ ਹੈ ਜੋ ਤੁਹਾਡੇ ਨਾਲ ਇੰਗਲਿਸ਼ 'ਚ ਗੱਲ ਕਰ ਸਕੇ। ਠੀਕ ਹੈ, ਤੁਹਾਡੀ ਅਗਰ ਤੁਸੀਂ ਗਲਤ ਵੀ ਬੋਲਦੇ ਹੋ ਤਾਂ ਤੁਹਾਡਾ ਮਜ਼ਾਕ ਨਾ ਉਡਾਏ, ਇੱਦਾਂ ਦਾ ਪਰਸਨ ਤੁਹਾਡੇ ਨਾਲ ਇੱਕ ਜ਼ਰੂਰ ਹੋਣਾ ਚਾਹੀਦਾ। ਠੀਕ ਹੈ, ਜੋ ਸਿਰਫ ਔਰ ਸਿਰਫ ਇੰਗਲਿਸ਼ 'ਚ ਬੋਲਦਾ ਹੋਵੇ, ਤਾਂ ਇੱਦਾਂ ਤਾਂ ਬਹੁਤ ਘੱਟ ਹੁੰਦਾ ਹੈ ਨਾ, ਜੋ ਸਿਰਫ ਇੰਗਲਿਸ਼ 'ਚ ਗੱਲ ਕਰਦਾ ਹੋਵੇ ਤਾਂ ਉਹਦੇ ਇੱਦਾਂ ਤਾਂ ਬਹੁਤ ਆਪਣੇ ਅਰਾਊਂਡ ਤਾਂ ਬਹੁਤ ਘੱਟ ਹੁੰਦੇ ਨੇ। ਸੋ ਇਹਦੇ ਨਾਲੋਂ ਬੈਟਰ ਹੈ ਫਿਰ ਕੀ ਹੋਰ ਕਰ ਸਕਦੇ ਹੋ ਤੁਸੀਂ, ਹੋਰ ਆਪਸ਼ਨ ਤੁਹਾਡੇ ਕੋਲ ਇਹ ਹੈ ਕਿ ਤੁਸੀਂ ਆਪਣੇ ਆਪ ਨਾਲ ਗੱਲ ਕਰੋ। ਜਦੋਂ ਤੁਸੀਂ ਆਪਣੇ ਆਪ ਨਾਲ ਗੱਲ ਕਰੋ, ਆਪਣੇ ਇੱਕ ਸਿਚੁਏਸ਼ਨ ਅਰਾਊਂਡ ਆਪਣੇ ਇੱਕ ਕ੍ਰੀਏਟ ਕਰੋ ਕਿ ਮੈਂ ਇੱਦਾਂ ਦੀ ਸਿਚੁਏਸ਼ਨ 'ਚ ਬੈਠਾ ਹੋਇਆ ਜਾਂ ਬੈਠੀ ਹੋਈ ਹਾਂ ਕਿ ਮੈਂ ਗੱਲ ਕਰ ਰਹੀ ਹਾਂ ਸਾਹਮਣੇ ਵਾਲੇ ਦੇ ਨਾਲ, ਔਰ ਇੱਕ ਕਨਵਰਸੇਸ਼ਨ ਜਿਹੜੀ ਹੈ ਸਟਾਰਟ ਕਰ ਦਿਓ। ਠੀਕ ਹੈ, ਐਟਲੀਸਟ 15-20 ਮਿੰਟ ਰੋਜ਼ ਇੱਦਾਂ ਕਰਿਆ ਕਰੋ। ਓਕੇ, ਅੱਛਾ ਜੀ, ਉਸ ਤੋਂ ਵੀ ਜ਼ਿਆਦਾ ਇੱਕ ਹੋਰ ਇੰਪੋਰਟੈਂਟ ਚੀਜ਼, ਸਭ ਤੋਂ ਜ਼ਿਆਦਾ ਨਾ ਆਪਾਂ ਜਲਦੀ ਲੈਂਗੁਏਜ ਸਿੱਖਦੇ ਹਾਂ ਸੁਣ ਕੇ। ਜਦੋਂ ਆਪਾਂ ਸੁਣਦੇ ਹਾਂ ਉਦੋਂ ਆਪਾਂ ਬਹੁਤ ਜਲਦੀ ਸਿੱਖਦੇ ਹਾਂ, ਕਿਉਂਕਿ ਜਦੋਂ ਇੱਕ ਛੋਟਾ ਬੱਚਾ ਹੁੰਦਾ ਹੈ ਉਹ ਪਹਿਲਾਂ ਨਹੀਂ ਬੋਲਦਾ ਹੁੰਦਾ, ਫਿਰ ਹੌਲੀ ਹੌਲੀ ਉਹ ਗੱਲਾਂ ਕਰਨੀਆਂ ਸਟਾਰਟ ਕਰਦਾ ਹੈ ਨਾ, ਤਾਂ ਉਹ ਜਿਹੜੀ ਲੈਂਗੁਏਜ ਉਹਦੇ ਪੇਰੈਂਟਸ ਬੋਲਦੇ ਹੁੰਦੇ ਨੇ, ਜਿਹੜੀ ਲੈਂਗੁਏਜ ਦੇ ਵਿੱਚ ਉਹਦੇ ਪੇਰੈਂਟਸ ਉਹਦੇ ਨਾਲ ਗੱਲ ਕਰ ਰਹੇ ਹੁੰਦੇ ਨੇ, ਉਹ ਉਹੀ ਲੈਂਗੁਏਜ ਸਿੱਖ ਜਾਂਦਾ ਹੈ। ਜੋ ਲੈਂਗੁਏਜ ਉਹਦੇ ਘਰ ਵਿੱਚ ਯੂਜ਼ ਕੀਤੀ ਜਾਂਦੀ ਹੈ, ਸਾਰੇ ਬੋਲਦੇ ਨੇ, ਉਹੀ ਸੁਣ ਕੇ ਨਾ ਅੱਗੇ ਜਦੋਂ ਵੱਡਾ ਹੁੰਦਾ ਉਹੀ ਸੁਣਦਾ ਉਹ, ਅਤੇ ਉਹੀ ਫਿਰ ਬੋਲਦਾ ਹੈ। ਤਾਂ ਸੁਣਨ 'ਤੇ ਹੀ ਲੈਂਗੁਏਜ ਜਿਹੜੀ ਹੈ ਸਟਾਰਟ ਹੁੰਦੀ ਹੈ। ਪਹਿਲਾਂ ਹੀ ਕੋਈ ਉੱਠ ਕੇ ਲਿਖਣਾ ਨਹੀਂ ਸ਼ੁਰੂ ਕਰ ਦਿੰਦਾ, ਪਹਿਲਾਂ ਹੀ ਕੋਈ ਬੋਲਣਾ ਨਹੀਂ ਸ਼ੁਰੂ ਕਰ ਦਿੰਦਾ, ਪਹਿਲਾਂ ਹੀ ਕੋਈ ਲੈਂਗੁਏਜ ਪੜ੍ਹਨਾ ਨਹੀਂ ਸਟਾਰਟ ਕਰ ਦਿੰਦਾ, ਸਾਰੇ ਪਹਿਲਾਂ ਸੁਣਦੇ ਨੇ ਫਿਰ ਬੋਲਦੇ ਹਾਂ ਆਪਾਂ। ਠੀਕ ਹੈ, ਤਾਂ ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਇਹਦੇ ਵਿੱਚ ਤੁਸੀਂ ਇਹ ਕਰਨਾ ਹੈ ਕਿ ਤੁਸੀਂ ਲੈਂਗੁਏਜ ਨੂੰ ਸਿੱਖਣ ਦੇ ਟਾਈਮ ਆਡੀਓ ਬੁੱਕਸ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ। ਤੁਹਾਨੂੰ ਇੰਟਰਨੈਟ 'ਤੇ ਬਹੁਤ ਆਡੀਓ ਬੁੱਕਸ ਮਿਲ ਜਾਣੀਆਂ, ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਪ੍ਰੋਵਾਈਡ ਕਰਾਂ। ਠੀਕ ਹੈ, ਜਦੋਂ ਆਪਣਾ ਇਹ ਸਿਲੇਬਸ ਥੋੜ੍ਹਾ ਜਿਹਾ ਖ਼ਤਮ ਹੋਣ ਦੇ ਲਾਗੇ ਆ ਗਿਆ ਤਾਂ ਫਿਰ ਆਪਾਂ ਆਡੀਓ ਬੁੱਕਸ ਜਿਹੜੀਆਂ ਆ ਉਹ ਸੁਣਿਆ ਕਰਾਂਗੇ, ਅਤੇ ਤੁਸੀਂ ਮੈਨੂੰ ਦੱਸਿਆ ਕਰਨਾ ਕਿ ਉਹ ਕੀ ਕਹਿ ਰਿਹਾ ਪਰ। ਠੀਕ ਹੈ, ਤਾਂ ਉਹਦੇ ਨਾਲ ਬਹੁਤ ਇੰਪਰੂਵਮੈਂਟ ਹੋਏਗੀ ਤੁਹਾਡੀ ਲੈਂਗੁਏਜ ਦੇ ਵਿੱਚ ਸੁਣ ਕੇ। ਨਾਲ ਦੀ ਨਾਲ ਤੁਹਾਨੂੰ ਐਕਸੈਂਟਸ ਵੀ, ਇੱਕ ਬ੍ਰਿਟਿਸ਼ ਐਕਸੈਂਟ ਦੀ ਆਡੀਓ ਬੁੱਕ ਹੋਏਗੀ, ਇੱਕ ਅਮੈਰੀਕਨ ਦੀ। ਠੀਕ ਹੈ, ਤਾਂ ਦੋਨੋਂ ਸਮਝ ਲਓਗੇ, ਦੋਨੋਂ ਦੇ ਵਿੱਚ ਫ਼ਰਕ ਸਮਝ ਲਓਗੇ, ਦੋਨੋਂ ਦੇ ਵਿੱਚ ਵਰਡਸ ਦੇ ਵਿੱਚ ਕਿਹੜੇ ਡਿਫਰੈਂਸਿਸ ਨੇ ਬੋਲਣ ਦੇ ਟਾਈਮ, ਉਹ ਵੀ ਸਮਝ ਲਓਗੇ ਤੁਸੀਂ ਸਾਰੇ। ਤਾਂ 2 ਜਾਂ 3 ਲੈਕਚਰਸ ਇੱਦਾਂ ਦੇ ਜ਼ਰੂਰ ਰੱਖਾਂਗੇ ਆਪਾਂ ਲਾਸਟ ਦੇ ਵਿੱਚ। ਸੋ ਐਕਸੈਂਟ ਦੀ ਗੱਲ ਕੀਤੀ ਅੱਜ, ਠੀਕ ਹੈ, ਕਿ ਤੁਸੀਂ ਡਿਫਰੈਂਟ ਐਕਸੈਂਟ ਨੂੰ ਕਿੱਦਾਂ ਸਮਝਣਾ ਹੈ। ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਆਪਾਂ ਸਟ੍ਰੈਸ ਤੋਂ ਤੁਸੀਂ ਕੀ ਸਮਝਦੇ ਹੋ? What do you understand by stress word? ਸਟ੍ਰੈਸ ਦਾ ਮਤਲਬ ਕੀ ਹੈ ਦੱਸੋ?
ਅੱਛਾ, ਸਟ੍ਰੈਸ ਦਾ ਮਤਲਬ ਹੁਣ ਤੁਹਾਡੇ ਮਾਈਂਡ ਦੇ ਵਿੱਚ ਹੁੰਦਾ ਹੋਣਾ ਕਿ ਸਟ੍ਰੈਸ ਮਤਲਬ ਜੋ ਸਾਨੂੰ ਸਟ੍ਰੈਸ ਹੁੰਦੀ ਹੈ, ਅਸੀਂ ਬਹੁਤ ਜ਼ਿਆਦਾ ਐਗਜ਼ੌਸਟ ਫੀਲ ਕਰ ਰਹੇ ਹੁੰਦੇ ਆ, ਬਹੁਤ ਜ਼ਿਆਦਾ ਟੈਨਸ਼ਨ 'ਚ ਹੁੰਦੇ ਆ, ਉਹ ਸਟ੍ਰੈਸ ਹੁੰਦੀ ਹੈ ਨਾ। ਤਾਂ ਪਰਟੀਕੂਲਰ ਮਤਲਬ ਇਹਦਾ ਹੁੰਦਾ ਆ, ਹਾਂਜੀ, ਤਾਂ ਇਹਦਾ ਪਰਟੀਕੂਲਰ ਮਤਲਬ ਕਿ ਇੱਕ ਤਰ੍ਹਾਂ ਪ੍ਰੈਸ਼ਰ, ਠੀਕ ਹੈ, ਜਾਂ ਫਿਰ ਦਬਾਅ, ਰਾਈਟ। ਤਾਂ ਮਾਈਂਡ 'ਤੇ ਆਪਣੇ ਵੀ ਉਹੀ ਹੁੰਦਾ ਜਿਹਦੇ ਨਾਲ ਆਪਾਂ ਐਗਜ਼ੌਸਟ ਫੀਲ ਕਰਦੇ ਹਾਂ। ਹਾਂ, ਤਾਂ ਸਟ੍ਰੈਸ ਦਾ ਮਤਲਬ ਸੇਮ ਹੈ। ਜਦੋਂ ਹੁਣ ਆਪਾਂ ਇਸ ਸਟ੍ਰੈਸ ਵਰਡ ਨੂੰ ਇੰਗਲਿਸ਼ ਲੈਂਗੁਏਜ ਦੇ ਵਿੱਚ ਲੈ ਕੇ ਆਉਣਾ ਆ, ਉੱਥੇ ਵੀ ਇਹਦਾ ਇਹੀ ਮਤਲਬ ਹੈ। ਯਾਨੀ ਕਿ ਕੁਛ ਵਰਡਸ ਨੇ, ਮੰਨ ਲਓ ਫੋਰ ਐਗਜ਼ਾਮਪਲ ਕੁਛ ਵਰਡਸ ਨੇ ਆਪਣੇ ਕੋਲ, ਉਹਨਾਂ ਨੂੰ ਆਪਾਂ ਪ੍ਰੋਨਾਊਂਸ ਕਰਨਾ ਹੈ, ਠੀਕ ਹੈ। ਹੁਣ ਇਹਦੇ ਵਿੱਚ ਦੋ ਚੀਜ਼ਾਂ ਹੋ ਜਾਣੀਆਂ, ਇੱਕ ਸਟ੍ਰੈਸ ਵੀ ਹੋ ਜਾਏਗੀ ਔਰ ਦੂਸਰਾ ਪ੍ਰੋਨਾਂਸੀਏਸ਼ਨ ਵੀ ਹੋ ਜਾਏਗੀ। ਜਦੋਂ ਆਪਾਂ ਕਿਸੇ ਵਰਡ ਨੂੰ ਪ੍ਰੋਨਾਊਂਸ ਕਰਨਾ ਆ ਅਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਦੇ ਕਿਹੜੇ ਪਾਰਟ ਦੇ ਵਿੱਚ ਉਸ ਜੋ ਵਰਡ ਹੁੰਦਾ ਨਾ ਉਹਦੇ ਵਿੱਚ ਸਿਲੇਬਲਸ ਹੁੰਦੇ ਨੇ, ਠੀਕ ਹੈ। ਤਾਂ ਆਪਾਂ ਸੋਚਦੇ ਰਹਿੰਦੇ ਹਾਂ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਇਸ ਵਰਡ ਦੇ ਕਿਹੜੇ ਸਿਲੇਬਲ ਦੇ ਉੱਪਰ ਅਸੀਂ ਸਟ੍ਰੈਸ ਪਾਉਣੀ ਆ, ਕਿਹਦੇ 'ਤੇ ਨਹੀਂ ਪਾਉਣੀ, ਠੀਕ ਹੈ। ਤਾਂ ਉਸ ਟਾਈਮ 'ਤੇ ਆਪਾਂ ਇਹ ਸੋਚਦੇ ਰਹਿੰਦੇ ਹਾਂ। ਜਦੋਂ ਆਪਣਾ ਉਹ ਸਟ੍ਰੈਸ ਕਿਸੇ ਹੋਰ ਸਿਲੇਬਲ 'ਤੇ ਚਲ ਜਾਂਦਾ ਆ, ਜਦ ਕਿ ਹੁੰਦਾ ਕਿਸੇ ਹੋਰ 'ਤੇ ਹੈ, ਤਾਂ ਉਸ ਟਾਈਮ 'ਤੇ ਪ੍ਰੋਨਾਂਸੀਏਸ਼ਨ ਗਲਤ ਹੋ ਜਾਂਦੀ ਹੈ। ਕਿਹੜੇ ਪਾਰਟ 'ਤੇ ਵਰਡ ਦੇ ਦਬਾਅ ਪਾਉਣਾ ਆ, ਕਿਹਨੂੰ ਬਹੁਤ ਹਾਈਲਾਈਟ ਕਰਕੇ ਬੋਲਣਾ ਆ, ਅਤੇ ਕਿਹੜੇ ਪਾਰਟ ਨੂੰ ਬਿਲਕੁਲ ਥੋੜ੍ਹਾ ਲੋ ਜਿਹਾ ਕਰਕੇ ਬੋਲਣਾ ਆ, ਉਹ ਹੁੰਦਾ ਆ ਸਟ੍ਰੈਸ। ਕਿ ਕਿਹੜੇ ਪਾਰਟ 'ਤੇ ਸਟ੍ਰੈਸ ਦੇਣੀ ਆ, ਪਾਰਟਸ ਮਤਲਬ ਸਿਲੇਬਲਸ, ਠੀਕ ਹੈ, ਸਿਲੇਬਲਸ ਬੋਲਦੇ ਆ ਉਹਨਾਂ ਨੂੰ ਆਪਾਂ। ਤਾਂ ਕਿਹੜੇ ਸਿਲੇਬਲ ਦੇ ਉੱਪਰ ਆਪਾਂ ਸਟ੍ਰੈਸ ਦੇਣੀ ਹੈ, ਕਿਹੜੇ ਸਿਲੇਬਲ 'ਤੇ ਸਟ੍ਰੈਸ ਨਹੀਂ ਦੇਣੀ, ਇਹ ਆਪਾਂ ਨੂੰ ਅਗਰ ਪਤਾ ਹੋਵੇ ਤਾਂ ਆਪਣੀ ਪ੍ਰੋਨਾਂਸੀਏਸ਼ਨ ਕਦੇ ਗਲਤ ਨਹੀਂ ਹੋ ਸਕਦੀ। ਆਪਣੀ ਪ੍ਰੋਨਾਂਸੀਏਸ਼ਨ ਉੱਥੇ ਹੀ ਗਲਤ ਹੁੰਦੀ ਜਦੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਸਟ੍ਰੈਸ ਕਿੱਥੇ ਪੈਣੀ ਹੈ ਅਤੇ ਕਿੱਥੇ ਨਹੀਂ ਪੈਣੀ ਵਰਡ ਦੇ ਵਿੱਚ। ਹਾਂ, ਸੋ ਐਗਜ਼ਾਮਪਲ ਲੈਂਦੇ ਹਾਂ, ਚਲੋ ਐਗਜ਼ਾਮਪਲ ਲੈ ਲੈਂਦੇ ਹਾਂ। ਆਪਣੇ ਕੋਲ ਵਰਡ ਹੈ ਪ੍ਰੈਜ਼ੈਂਟ, ਠੀਕ ਹੈ, ਪ੍ਰੈਜ਼ੈਂਟ ਵਰਡ ਹੈ। ਹੁਣ ਪ੍ਰੈਜ਼ੈਂਟ ਵਰਡ ਜੋ ਹੈ, ਇਹਨੂੰ ਆਪਾਂ ਪ੍ਰੈਜ਼ੈਂਟ ਵੀ ਬੋਲਦੇ ਹਾਂ ਔਰ ਇਹਨੂੰ ਆਪਾਂ ਪ੍ਰੈਜ਼ੈਂਟ ਵੀ ਬੋਲਦੇ ਹਾਂ, ਇਜ਼ਨਟ ਇਟ। हाँ, तो प्रेजेंट जो है दैट इज़ नाउन, प्रेजेंट जो है दैट इज़ वर्ब। ਹੁਣ ਪ੍ਰੈਜ਼ੈਂਟ ਔਰ ਪ੍ਰੈਜ਼ੈਂਟ ਦੇ ਵਿੱਚ ਆਪਾਂ ਬੋਲਦੇ ਹਾਂ ਕਿ ਕਦੇ ਆਪਾਂ ਇਹਨੂੰ ਪ੍ਰੈਜ਼ੈਂਟ ਬੋਲ ਦਿੰਦੇ ਹਾਂ, ਕਦੇ ਆਪਾਂ ਇਹਨੂੰ ਪ੍ਰੈਜ਼ੈਂਟ ਬੋਲ ਦਿੰਦੇ ਹਾਂ। ਇੱਦਾਂ ਕਿਉਂ ਬੋਲ ਦਿੰਦੇ ਹਾਂ? ਕਿਉਂਕਿ ਦੋਨੋਂ ਵਰਡਸ ਦੇ ਜਦੋਂ ਆਪਾਂ ਬੋਲਦੇ ਹਾਂ, ਦੋਨਾਂ ਦੇ ਵਿੱਚ ਜੋ ਸਟ੍ਰੈਸ ਹੈ ਉਹ ਚੇਂਜ ਹੋ ਜਾਂਦੀ ਹੈ, ਠੀਕ ਹੈ। ਜਦੋਂ ਆਪਾਂ ਪ੍ਰੈਜ਼ੈਂਟ ਬੋਲਦੇ ਹਾਂ, ਪ੍ਰੈਜ਼ੈਂਟ ਵਰਡ ਪ੍ਰੈਜ਼ੈਂਟ, ਠੀਕ ਹੈ, ਉਦੋਂ ਆਪਾਂ ਕੀ ਕਰਦੇ ਹਾਂ, ਉਦੋਂ ਆਪਾਂ SANT ਇਹਦੇ 'ਤੇ ਆਪਾਂ ਸਟ੍ਰੈਸ ਪਾਉਂਦੇ ਹਾਂ, ਠੀਕ ਹੈ, SENT। ਜਦੋਂ ਆਪਾਂ ਬੋਲਦੇ ਹਾਂ ਪ੍ਰੈਜ਼ੈਂਟ, ਸੌਰੀ, ਜਦੋਂ ਆਪਾਂ ਪ੍ਰੈਜ਼ੈਂਟ ਬੋਲਦੇ ਹਾਂ ਉਦੋਂ ਆਪਾਂ SENT 'ਤੇ ਸਟ੍ਰੈਸ ਪਾਉਂਦੇ ਹਾਂ, ਜਦੋਂ ਆਪਾਂ ਪ੍ਰੈਜ਼ੈਂਟ ਬੋਲਦੇ ਹਾਂ ਉਦੋਂ ਆਪਾਂ PRES 'ਤੇ ਸਟ੍ਰੈਸ ਪਾਉਂਦੇ ਹਾਂ। ਇਸੇ ਲਈ ਦੋਨਾਂ ਦੀ ਪ੍ਰੋਨਾਂਸੀਏਸ਼ਨ ਚੇਂਜ ਹੋ ਗਈ, ਪ੍ਰੈਜ਼ੈਂਟ ਐਂਡ ਪ੍ਰੈਜ਼ੈਂਟ। ਪ੍ਰੈਜ਼ੈਂਟ ਕੀ ਹੁੰਦਾ ਆ? ਗਿਫਟ, ਹੈ ਨਾ। ਔਰ ਪ੍ਰੈਜ਼ੈਂਟ ਕੀ ਹੁੰਦਾ ਆ? ਕਿਸੇ ਚੀਜ਼ ਨੂੰ ਪ੍ਰੈਜ਼ੈਂਟ ਕਰਨਾ, ਸ਼ੋ ਕਰਨਾ। ਤਾਂ ਦੋਨੋਂ ਦੇ ਬੋਲਣ ਦੇ ਵਿੱਚ ਡਿਫਰੈਂਸ ਕਿੱਥੇ ਆ ਗਿਆ? ਜਦੋਂ ਸਟ੍ਰੈਸ ਚੇਂਜ ਕੀਤੀ ਕਿ ਕਿੱਥੇ ਸਟ੍ਰੈਸ ਪੈਣੀ ਔਰ ਕਿੱਥੇ ਨਹੀਂ। ਜਦੋਂ ਪ੍ਰੈਜ਼ੈਂਟ ਬੋਲਿਆ ਉਦੋਂ SENT ਇਹਦੇ ਉੱਪਰ ਸਟ੍ਰੈਸ ਪਈ। ਪ੍ਰੈਜ਼ੈਂਟ ਬੋਲ ਰਹੇ ਨਾ, ਇੱਦਾਂ ਜਦੋਂ ਬੋਲ ਕੇ ਤੁਸੀਂ ਦੇਖੋਗੇ ਤੁਸੀਂ ਸਮਝ ਆਓਗੇ, ਇਟਸ ਪ੍ਰੈਜ਼ੈਂਟ। ਪ੍ਰੀ ਬੋਲਿਆ ਤਾਂ ਥੋੜ੍ਹਾ ਲੋ ਸੀ, ਲੇਕਿਨ ਜਦੋਂ ਜ਼ੈਂਟ ਬੋਲਿਆ ਉਹ ਬਹੁਤ ਇੱਦਾਂ ਹਾਈਲਾਈਟ ਹੋ ਕੇ ਆਇਆ ਬਾਹਰ ਜਦੋਂ ਬੋਲਿਆ ਆਪਾਂ। ਪ੍ਰੈਜ਼ੈਂਟ ਦੈਟ ਇਜ਼ ਵਰਬ ਔਰ ਇਹ SENT 'ਤੇ ਸਟ੍ਰੈਸ ਪਿਆ। ਜਦੋਂ ਪ੍ਰੈਜ਼ੈਂਟ ਬੋਲਿਆ ਪ੍ਰੈਜ਼ੈਂਟ, ਫਿਰ ਉਦੋਂ ਕਿਤੇ ਆਈ PRES, ਠੀਕ ਹੈ ਜੀ। ਇੱਦਾਂ ਤੁਸੀਂ ਫਰਕ ਸਮਝਣਾ ਆ। ਹੁਣ ਤੱਕ ਮੈਂ ਜਿੰਨਾ ਤੁਹਾਨੂੰ ਦੱਸਿਆ ਐਕਸੈਂਟ ਔਰ ਸਟ੍ਰੈਸ ਦੇ ਬਾਰੇ, ਤੁਹਾਨੂੰ ਸਮਝ ਲੱਗਾ? ਕੋਈ ਵੀ ਡਾਊਟ ਮਨੀਸ਼? ਐਨੀ ਡਾਊਟ? ਓਕੇ,
ਤੁਹਾਨੂੰ ਕਦੇ ਵੀ ਲੈਕਚਰ ਦੇ ਦੌਰਾਨ ਕੋਈ ਵੀ ਤੁਹਾਨੂੰ ਡਾਊਟ ਹੋਵੇ, ਤੁਹਾਡੀ ਕੁਐਰੀ ਹੋਵੇ, ਆਪਣਾ ਮਾਈਕ ਔਨ ਕਰੋ ਐਂਡ ਮੈਨੂੰ ਕੁਐਸਚਨ ਪੁੱਛੋ, ਠੀਕ ਹੈ, ਐਨੀ ਟਾਈਮ। ਮੈਂ ਨਹੀਂ ਕਹਿੰਦੀ ਕਿ ਆਪਾਂ ਲਾਸਟ ਦੇ ਵਿੱਚ ਕੁਐਰੀਜ਼ ਕਰਾਂਗੇ, ਨਹੀਂ, ਜਿੱਥੇ ਤੁਹਾਨੂੰ ਕੁਝ ਸਮਝ ਨਹੀਂ ਲੱਗਾ ਯੂ ਕੈਨ ਆਸਕ ਮੀ, ਸਿੰਪਲ। ਯੈਸ, ਆਈ ਥਿੰਕ ਟਾਈਮ ਹੋ ਗਿਆ ਹੈ। ਚਲੋ ਮੈਂ ਤੁਹਾਨੂੰ ਸਿਲੇਬਸ ਦੱਸ ਹੀ ਦਿੰਦੀ ਹਾਂ, ਹਜੇ 5 ਮਿੰਟ ਹੈਗੇ ਨੇ ਆਪਣੇ ਕੋਲ। ਹੁਣ ਤੁਹਾਨੂੰ ਮੈਂ ਇੱਕ ਨਵਾਂ ਵਰਡ ਦੱਸਿਆ, ਸਿਲੇਬਲ। ਤੁਸੀਂ ਇਹ ਵਰਡ ਕਦੇ ਸੁਣਿਆ ਸੀ ਪਹਿਲਾਂ, ਸਿਲੇਬਲ? ਹੈਵ ਯੂ ਹਰਡ ਦਿਸ ਵਰਡ ਸਿਲੇਬਲ? ਸਿਲੇਬਸ ਨਹੀਂ, ਸਿਲੇਬਲ। ਹਾਂਜੀ ਦੱਸੋ। ਚਲੋ ਕੋਈ ਗੱਲ ਨਹੀਂ, ਮੈਂ ਨਾ ਤੁਹਾਡੇ ਨਾਲ ਸਕਰੀਨ ਸ਼ੇਅਰ ਕਰਦੀ ਹਾਂ। ਤੁਹਾਨੂੰ ਸਾਰਿਆਂ ਨੂੰ ਸਕਰੀਨ ਸ਼ੇਅਰ ਹੋ ਰਹੀ ਹੈ? ਹਾਂਜੀ, ਦੇਖੋ ਇੱਥੇ ਸਟ੍ਰੈਸ ਪਾਈ ਹੋਈ ਹੈ ਕੁਝ ਸਿਲੇਬਲ 'ਤੇ। ਇਹਨਾਂ ਦੇ ਵਿੱਚ ਵਰਡਸ ਦੇਖੋ। ਪਹਿਲਾ ਵਰਡ ਹੈ ਗ੍ਰਾਫਿਕ, ਦੂਸਰਾ ਹੈ ਜੀਓਗ੍ਰਾਫਿਕ ਔਰ ਥਰਡ ਹੈਗਾ ਜੀਓਲੋਜਿਕ। ਹੁਣ ਇਹਨਾਂ ਨੂੰ ਕਿੱਦਾਂ ਪ੍ਰੋਨਾਊਂਸ ਕਰਨਾ ਹੈ? ਦੇਖੋ ਜੋ ਵਰਡ ਆਈ ਸੀ ਹੈ ਨਾ, ਆਈ ਸੀ, ਇਹਨਾਂ ਤੋਂ ਐਂਡ ਹੁੰਦੇ ਨੇ। ਇਹਨਾਂ ਦੇ ਵਿੱਚ ਜਿਹੜੇ ਫਰੰਟ ਵਾਲੇ ਨੇ ਨਾ, ਪਹਿਲਾਂ ਗ੍ਰਾਫਿਕ ਦੇਖੋ, ਜੋ ਕੈਪੀਟਲ ਲੈਟਰਸ ਦੇ ਵਿੱਚ ਹੈ, ਦੈਟ ਮੀਨਸ ਉੱਥੇ ਆ ਕੇ ਸਟ੍ਰੈਸ ਪਈ ਆ। ਗ੍ਰਾਫਿਕ, ਗ੍ਰਾਫਿਕ, ਇਹਨੂੰ ਇੱਦਾਂ ਬੋਲਣਾ, ਠੀਕ ਹੈ, ਇਹਨੂੰ ਗ੍ਰਾਫਿਕ ਨਹੀਂ ਬੋਲਣਾ, ਇਟਸ ਗ੍ਰਾਫਿਕ। ਜਦੋਂ ਇੱਕ ਬੋਲਿਆ ਮੈਂ, ਉਦੋਂ ਥੋੜ੍ਹਾ ਸਾਊਂਡ ਮੇਰੀ ਲੋ ਹੋ ਗਈ। ਜਦੋਂ ਮੈਂ ਗ੍ਰਾਫ ਬੋਲ ਰਹੀ ਸੀ, ਉਦੋਂ ਬਹੁਤ ਲਾਊਡ ਸੀ, ਯਾਨੀ ਕਿ ਗ੍ਰਾਫਿਕ, ਗ੍ਰਾਫਿਕ, ਠੀਕ ਹੈ। ਫਿਰ ਉਸ ਤੋਂ ਬਾਅਦ ਹੈ ਜੀਓਗ੍ਰਾਫਿਕ, ਠੀਕ। ਯੈਸ ਮੈਮ, ਹਾਂਜੀ ਲੈਕਚਰ ਬਸ 5 ਮਿੰਟ ਰਹਿ ਗਏ। ਓਕੇ, ਸੋ ਨੈਕਸਟ ਇਜ਼ ਜੀਓਗ੍ਰਾਫਿਕ, ਠੀਕ ਹੈ। ਹੁਣ ਜੋ ਜੀਓ ਹੈ ਉਹਦੇ 'ਤੇ ਸਟ੍ਰੈਸ ਨਹੀਂ ਹੈ, ਫਿਰ ਜੋ ਗ੍ਰਾਫ ਹੈ ਨਾ ਉਹਦੇ 'ਤੇ ਸਟ੍ਰੈਸ ਹੈ। ਤੁਹਾਨੂੰ ਆਪਾਂ ਕਿੱਦਾਂ ਪ੍ਰੋਨਾਊਂਸ ਕਰਨਾ? ਇਟਸ ਜੀਓਗ੍ਰਾਫਿਕ, ਇਟਸ ਜੀਓਗ੍ਰਾਫਿਕ, ਠੀਕ ਹੈ। ਫਿਰ ਉਸ ਤੋਂ ਬਾਅਦ ਹੈ ਜੀਓਲੋਜਿਕ, ਤਾਂ ਇਹਨੂੰ ਜੀਓਲੋਜਿਕ ਬੋਲਣਾ ਹੈ, ਇਟਸ ਜੀਓਲੋਜਿਕ। ਜੋ ਲੌਗ ਹੈ ਉਹਦੇ 'ਤੇ ਸਟ੍ਰੈਸ ਹੈ, ਠੀਕ ਹੈ। ਜੋ ਜੀਓ ਹੈ ਔਰ ਇੱਕ ਹੈ ਉਹਦੇ 'ਤੇ ਸਟ੍ਰੈਸ ਨਹੀਂ ਹੈ, ਸੋ ਇਟਸ ਜੀਓਲੋਜਿਕ, ਠੀਕ ਹੈ। ਇੱਕ ਵਰਡ ਇੰਪੋਰਟੈਂਟ ਜੋ ਟੈਲੀਵਿਜ਼ਨ ਆਪਾਂ ਬੋਲਦੇ ਹਾਂ, ਹੈ ਨਾ, ਤਾਂ ਟੈਲੀਵਿਜ਼ਨ ਕਿੱਦਾਂ ਬੋਲਣਾ ਹੈ? ਜੋ ਵੀ ਹੈ, ਟੈਲੀ ਪਹਿਲਾਂ ਬੋਲਿਆ, ਫਿਰ ਵੀ, ਦੈਨ ਵਿਜ਼ਨ, ਠੀਕ ਹੈ। ਤਾਂ ਉਹਦੇ ਵਿੱਚ ਜੋ ਵੀ ਹੈ ਉਹਦੇ 'ਤੇ ਸਟ੍ਰੈਸ ਪਾਉਣੀ ਹੈ, ਇਟਸ ਟੈਲੀਵਿਜ਼ਨ, ਟੈਲੀਵਿਜ਼ਨ, ਠੀਕ ਹੈ। ਰੈਵਲੇਸ਼ਨ, ਰੈਵਲੇਸ਼ਨ, ਓਕੇ। ਆਈ ਥਿੰਕ ਇੱਕ ਦੋ ਹੋਰ ਹੋਣੇ ਨੇ ਵਰਡਸ। ਐਕਸਪੋਰਟ, ਡਿਸਾਈਡ, ਬਿਗਿਨ, ਜਿੱਦਾਂ ਮੈਂ ਬੋਲ ਰਹੀ ਹਾਂ ਨਾ, ਇੱਦਾਂ ਬੋਲਣਾ ਹੈ, ਯਾਨੀ ਕਿ ਪੋਰਟ, ਸਾਈਡ ਐਂਡ ਗਿਨ, ਇਹਨਾਂ ਦੇ ਉੱਪਰ ਸਟ੍ਰੈਸ ਪਈ। ਐਕਸਪੋਰਟ, ਡਿਸਾਈਡ, ਬਿਗਿਨ, ਠੀਕ ਹੈ ਜੀ। ਇੱਦਾਂ ਹੀ ਤੁਸੀਂ ਸਟ੍ਰੈਸ ਪਾਉਣੀ ਆ ਬਾਕੀ ਦੇ ਵਰਡਸ 'ਤੇ। ਟਾਈਮ ਹੋ ਰਿਹਾ, ਆਪਾਂ ਅਟੈਂਡੈਂਸ ਚਲੋ ਲਗਾ ਲੈਂਦੇ ਹਾਂ। ਚਲੋ ਜੀ, ਸੋ ਆਈ ਹੋਪ ਤੁਹਾਨੂੰ ਇੰਨਾ ਕੁ ਸਮਝ ਆਇਆ ਹੋਇਆ। ਬਾਕੀ ਜੋ ਸਟ੍ਰੈਸ, ਜੋ ਸਿਲੇਬਲਸ ਨੇ, ਉਹ ਮੈਂ ਤੁਹਾਨੂੰ ਨੈਕਸਟ ਲੈਕਚਰ ਦੇ ਵਿੱਚ ਫਿਰ ਇੱਕ ਵਾਰ ਪੂਰਾ ਚੰਗੀ ਤਰ੍ਹਾਂ ਐਕਸਪਲੇਨ ਕਰਕੇ ਦੱਸੂੰਗੀ, ਠੀਕ ਹੈ। ਅੱਜ ਤਾਂ ਫਿਲਹਾਲ ਤੁਹਾਨੂੰ ਮੈਂ ਦੱਸਿਆ ਕਿ ਸਟ੍ਰੈਸ ਕਿਉਂ ਜ਼ਰੂਰੀ ਹੈ,
ਔਰ ਕਿਹੜੇ ਵਰਡਸ 'ਤੇ ਹੋ ਸਕਦੀ ਹੈ। ਬਾਕੀ ਤੁਹਾਨੂੰ ਨੈਕਸਟ ਲੈਕਚਰ ਦੇ ਵਿੱਚ ਹੋਰ ਸਾਰੇ ਆਪਾਂ ਵਰਡਸ ਜਿਹੜੇ ਨੇ ਨਾ ਲੈ ਕੇ ਉਹਨਾਂ ਨੂੰ ਚੈੱਕ ਕਰਾਂਗੇ ਕਿ ਸਟ੍ਰੈਸ ਕਿਹਦੇ 'ਤੇ ਪੈਣੀ ਹੈ ਔਰ ਕਿੱਦਾਂ ਪ੍ਰੋਨਾਊਂਸ ਹੋਣੇ ਆ। ਹਾਂਜੀ, ਚਲੋ ਜੀ, ਥੈਂਕ ਯੂ ਸੋ ਮਚ ਫॉर ਜੁਆਇਨਿੰਗ ਦ ਕਲਾਸ।